बहुत ही प्यारे बच्चों, मैं वनीत कुमार पेश है ਲੈਸਨ ਪੇਂਡੂ ਜੀਵਨ ਅਤੇ ਸਮਾਜ। ਜੁਲਾਈ ਅਗਸਤ ਦਾ ਸਿਲੇਬਸ ਅਸੀਂ ਕਰ ਰਹੇ ਹਾਂ। ਪਿਆਰੇ ਬੱਚਿਓ, ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਲੈਸਨ ਆ ਜਿਹੜਾ ਪਸੰਦ ਆਊਗਾ। ਤੇ ਕਲਾਸ 8ਵੀਂ ਲੈਸਨ 12ਵਾਂ ਪੇਂਡੂ ਜੀਵਨ ਅਤੇ ਸਮਾਜ। ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਤਬਾਹ ਹੋ ਗਏ, ਕਿਉਂਕਿ ਅੰਗਰੇਜ਼ਾਂ ਨੇ ਭਾਰਤ ਵਿੱਚੋਂ ਕੁਝ ਨਵੇਂ ਉਦਯੋਗਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਦਾ ਉਦੇਸ਼ ਅੰਗਰੇਜ਼ਾਂ ਦੇ ਸਿਫਾਰਤਾਂ ਦਾ ਪੂਰਾ ਕਰਨਾ ਸੀ। ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਦੇ ਲਈ ਸਥਾਈ ਬੰਦੋਬਸਤ, ਰਿਆਇਤਵਾੜੀ ਪ੍ਰਬੰਧ, ਮਹਿਲਵਾੜੀ ਪ੍ਰਬੰਧ ਲਾਗੂ ਕੀਤੇ। ਤਾਂ ਪਿਆਰੇ ਬੱਚਿਓ, ਜਿਹੜਾ ਪੇਂਡੂ ਜੀਵਨ ਸੀਗਾ, ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਤਾਂ ਉਦੋਂ ਕਈ ਤਬਦੀਲੀਆਂ ਆਈਆਂ। ਕਈ ਤਬਦੀਲੀਆਂ ਆਉਣ ਦੇ ਨਾਲ ਕੀ ਹੋਇਆ, ਜਿਹੜੇ ਭਾਰਤੀ ਉਦਯੋਗ ਸੀਗੇ ਉਹ ਕੀ ਹੋ ਗਏ, ਖਤਮ ਹੋਣ ਦੇ ਕੰਢੇ 'ਤੇ ਆ ਗਏ, ਕਿਉਂਕਿ ਅੰਗਰੇਜ਼ਾਂ ਨੇ ਜਿਹੜੇ ਆਪਦੇ ਨਵੇਂ ਉਦਯੋਗ ਲਗਾਤੇ ਸੀਗੇ। ਜਿਹੜਾ ਭਾਰਤ ਦਾ ਉਦਯੋਗੀਕਰਨ ਸੀ, ਇਸ ਕਰਕੇ ਕੀ ਹੋ ਗਿਆ ਸੀ, ਪਛੜਨਾ ਸ਼ੁਰੂ ਹੋ ਗਿਆ ਸੀ। ਅਤੇ ਅੰਗਰੇਜ਼ਾਂ ਨੇ ਸਥਾਈ ਬੰਦੋਬਸਤ, ਰਿਆਇਤਵਾੜੀ ਪ੍ਰਬੰਧ, ਮਹਿਲਵਾੜੀ ਪ੍ਰਬੰਧ ਲਾਗੂ ਕੀਤੇ। ਤਾਂ ਇਹਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਇਹ ਤਿੰਨੇ ਕੀਤੇ ਤਾਂ ਵੀ ਜਿਹੜਾ ਲਗਾਨ ਇਕੱਠਾ ਕਰਦੇ ਅੰਗਰੇਜ਼ ਭਾਰਤ ਤੋਂ, ਤਾਂ ਜਿਹੜਾ ਭਾਰਤ ਦਾ ਬਣਿਆ ਮਾਲ ਸੀ ਉਹਦੇ ਉੱਤੇ ਜ਼ਿਆਦਾ ਟੈਕਸ ਪੈਂਦਾ ਸੀ। ਜਿਹੜਾ ਦੂਸਰੇ ਦੇਸ਼ ਤੋਂ ਆਉਂਦਾ ਸੀ, ਅਮਰੀਕਾ, USA ਤੋਂ, ਤਾਂ ਉਹਦੇ ਉੱਤੇ ਟੈਕਸ ਘੱਟ ਪੈਂਦਾ ਸੀ। ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ। ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਤਾਂ ਉਹਨਾਂ ਨੇ ਨੀਤੀਆਂ ਇਹੋ ਜਿਹੀਆਂ ਬਣਾਈਆਂ ਕਿ ਭਾਰਤ ਦੇ ਵਿੱਚੋਂ ਪੈਸਾ ਜਿਹੜਾ ਦੂਸਰੇ ਦੇਸ਼ ਦੇ ਵਿੱਚ ਚਲਾ ਜਾਵੇ। ਅੰਗਰੇਜ਼ਾਂ ਨੇ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਵਿੱਚ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ। 1765 ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ, ਉੜੀਸਾ ਪ੍ਰਾਂਤਾਂ ਦੀ ਦੀਵਾਨੀ ਪ੍ਰਾਪਤ ਕਰ ਲਈ, ਪਰੰਤੂ ਭੂਮੀ ਲਗਾਨ ਇਕੱਠਾ ਕਰਨ ਦਾ ਕੰਮ ਅਮਲਾ ਨੂੰ ਸੌਂਪ ਦਿੱਤਾ। ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ ਜਾਂ ਇਜਾਰੇਦਾਰੀ। ਲਾਰਡ ਬਾਰਨ ਹੇਸਟਿੰਗਜ਼ ਨੇ ਲਗਾਨ ਇਕੱਠਾ ਕਰਨ ਦੇ ਲਈ 5 ਸਾਲਾ ਠੇਕੇ ਦਾ ਪ੍ਰਬੰਧ ਕੀਤਾ। ਇਸ ਅਨੁਸਾਰ ਸਭ ਤੋਂ ਵੱਧ ਬੋਲੀ ਦੇਣ ਵਾਲਿਆਂ ਨੂੰ 5 ਸਾਲ ਲਈ ਭੂਮੀ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ, ਪਰੰਤੂ 1777 ਈਸਵੀ ਵਿੱਚ ਉਸ ਨੇ 5 ਸਾਲਾਂ ਠੇਕੇ ਦੀ ਥਾਂ 1 ਸਾਲ ਠੇਕੇ ਦਾ ਪ੍ਰਬੰਧ ਸ਼ੁਰੂ ਕੀਤਾ। ਇਸ ਅਨੁਸਾਰ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ। ਇਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਖਰਾਬ ਹੋ ਗਈ। ਇਸ ਕਰਕੇ ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਸ਼ੁਰੂ ਕੀਤਾ। ਤਾਂ ਪਿਆਰੇ ਬੱਚੋ, ਜਿਹੜਾ ਠੇਕੇ 'ਤੇ ਭੂਮੀ ਦੇਣ ਦਾ ਜਿਹੜਾ ਇਜਾਰੇਦਾਰੀ ਪ੍ਰਬੰਧ ਸੀ, ਬਾਰਡ ਹੈਸਟਿੰਗਜ਼ ਨੇ ਲਗਾਨ ਇਕੱਠਾ ਕਰਨ ਦੇ ਲਈ ਕੀ ਕਰਦੇ ਸੀ, ਉਹ 5 ਸਾਲ ਲਈ ਠੇਕਾ ਦਿੰਦੇ ਸੀ, ਪਰੰਤੂ 1777 ਈਸਵੀ ਦੇ ਵਿੱਚ 5 ਸਾਲਾਂ ਦੀ ਥਾਂ 'ਤੇ 1 ਸਾਲ ਦਾ ਠੇਕਾ ਪ੍ਰਬੰਧ ਸ਼ੁਰੂ ਹੋ ਗਿਆ, ਜਿਹਦੇ ਅਨੁਸਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਿਆ ਜਾਂਦਾ ਸੀ, ਕਿਉਂਕਿ 5 ਸਾਲਾਂ ਦੇ ਵਿੱਚ ਜਿਹੜਾ ਠੇਕਾ ਸੀ ਬਹੁਤ ਘੱਟ ਹੁੰਦਾ ਸੀ, ਪਰ 1 ਸਾਲ ਦੇ ਹਿਸਾਬ ਨਾਲ 5 ਸਾਲਾਂ ਦੇ ਬਰਾਬਰ ਦਾ ਹੀ ਠੇਕਾ ਜਿਹੜਾ ਲਿਆ ਜਾਂਦਾ ਸੀ। ਤਾਂ ਇਸ ਤਰ੍ਹਾਂ ਜਿਹੜਾ ਕਿਸਾਨਾਂ ਦੀ ਹਾਲਤ ਸੀ ਜਿਹੜੀ ਹੋਰ ਵੀ ਖਰਾਬ ਹੋਈ ਗਈ। ਤਾਂ ਲਾਰਡ ਕਾਰਨਵਾਲਿਸ ਨੇ 1793 ਈਸਵੀ ਦੇ ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਨੂੰ ਸਥਾਈ ਬੰਦੋਬਸਤ ਪ੍ਰਬੰਧ ਸ਼ੁਰੂ ਕਰ ਦਿੱਤਾ। ਸਥਾਈ ਬੰਦੋਬਸਤ ਪ੍ਰਬੰਧ ਕੀ ਸੀ? 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਦੀ ਭੂਮਿਕਾ ਲਗਾਨ ਪ੍ਰਬੰਧ ਸ਼ੁਰੂ ਕੀਤਾ ਗਿਆ। ਬਾਅਦ ਵਿੱਚ ਇਹ ਸਥਾਈ ਬੰਦੋਬਸਤ ਪ੍ਰਬੰਧ ਬਿਹਾਰ, ਉੜੀਸਾ, ਬਨਾਰਸ,
ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ। ਇਸ ਪ੍ਰਬੰਧ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਉਹਨਾਂ ਦੁਆਰਾ ਸਰਕਾਰ ਨੂੰ ਦਿੱਤੀ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ, ਜੋ ਜ਼ਿਮੀਂਦਾਰ ਸਰਕਾਰੀ ਖਜ਼ਾਨੇ ਵਿੱਚੋਂ ਜਮ੍ਹਾਂ ਕਰਵਾਉਂਦੇ ਸਨ। ਜੇਕਰ ਉਹ ਕਿਸੇ ਕਾਰਨ ਕਰਕੇ ਅਜਿਹਾ ਨਹੀਂ ਕਰਦੇ ਸਨ ਤਾਂ ਸਰਕਾਰ ਉਹਨਾਂ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ। ਜ਼ਿਮੀਂਦਾਰ ਨੂੰ ਇਹ ਅਧਿਕਾਰ ਸੀ ਕਿ ਉਹ ਕਿਸਾਨਾਂ ਤੋਂ ਆਪਣੀ ਮਰਜ਼ੀ ਅਨੁਸਾਰ ਲਗਾਨ ਇਕੱਠਾ ਕਰਨ। ਦੇਖੋ ਜੀ, ਸਥਾਈ ਬੰਦੋਬਸਤ ਦੇ ਵਿੱਚ ਇਹ ਤਾਂ ਕਲੀਅਰ ਹੀ ਆ ਵੀ ਇਹ ਕੁਐਸਚਨ ਬਣਦਾ 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਸ਼ੁਰੂ ਕੀਤਾ। ਤਾਂ ਸਥਾਈ ਬੰਦੋਬਸਤ ਸੀ ਜਿਹੜਾ ਬਿਹਾਰ, ਉੜੀਸਾ, ਬਨਾਰਸ ਦੇ ਵਿੱਚ ਹੋਇਆ। ਤਾਂ ਜਿਹੜੇ ਇੱਥੋਂ ਦਾ ਜਿਹੜਾ ਮਾਲਕ ਸੀ ਜ਼ਿਮੀਂਦਾਰ, ਉਹਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਜਾਂਦਾ ਸੀ ਠੇਕੇ ਦੀ ਥਾਂ 'ਤੇ। ਤਾਂ ਉਹਦੇ ਦੁਆਰਾ ਸਰਕਾਰ ਤੋਂ ਇੱਕ ਨਿਸ਼ਚਿਤ ਲਗਾਨ ਲਿਆ ਜਾਂਦਾ ਸੀ, ਜੋ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦਾ ਸੀ। ਜੇਕਰ ਕਿਸਾਨ ਸੀ ਜਿਹੜਾ ਕੀ ਕਰਦਾ ਸੀ, ਲਗਾਨ ਜਮ੍ਹਾਂ ਨਹੀਂ ਕਰਾਉਂਦਾ ਸੀ, ਤਾਂ ਉਸ ਦੀ ਭੂਮੀ ਸੀ ਜਿਹੜੀ ਵੇਚ ਦਿੱਤੀ ਜਾਂਦੀ ਸੀ। ਵੇਚ ਕੇ ਥੋੜ੍ਹਾ ਜਿਹਾ ਲਗਾਨ ਸੀ ਜਿਹੜਾ ਉਹ ਜ਼ਿਮੀਂਦਾਰ ਤੋਂ ਜ਼ਬਰਦਸਤੀ ਲਿਆ ਜਾਂਦਾ ਸੀ। ਤਾਂ ਜਿਹੜਾ ਕਿਸਾਨਾਂ ਤੋਂ ਇਹਦੇ ਅਨੁਸਾਰ ਜਿਹੜਾ ਜ਼ਬਰਦਸਤੀ ਲਗਾਨ ਇਕੱਠਾ ਕੀਤਾ ਜਾਂਦਾ ਸੀ, ਅਸੀਂ ਉਹਨੂੰ ਕੀ ਕਹਿੰਦੇ ਹਾਂ, ਸਥਾਈ ਬੰਦੋਬਸਤ। ਤਾਂ ਸਥਾਈ ਬੰਦੋਬਸਤ ਦਾ ਪਤਾ ਲੱਗ ਗਿਆ ਨਾ ਹੁਣ। ਤਾਂ ਸਥਾਈ ਬੰਦੋਬਸਤ ਦੇ ਵਿੱਚ ਅੰਗਰੇਜ਼ਾਂ ਨੂੰ ਵੀ ਫਾਇਦਾ ਸੀ। ਉਹਨਾਂ ਨੇ ਜਿੰਨਾ ਲਗਾਨ ਲੈਣਾ ਸੀ ਵੱਧ ਤੋਂ ਵੱਧ ਉਹ ਲੈਂਦੇ ਸੀ। ਸਥਾਈ ਬੰਦੋਬਸਤ ਦੇ ਦੋਸ਼। ਪਹਿਲਾ ਦੋਸ਼ ਕੀ ਸੀ? ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰਦੇ ਸਨ। ਦੂਸਰਾ ਕੀ ਸੀ? ਸਰਕਾਰ ਨੂੰ ਇਸ ਨਾਲ ਆਰਥਿਕ ਹਾਨੀ ਹੋਈ, ਕਿਉਂਕਿ ਉਸ ਦੀ ਆਮਦਨ ਤਾਂ ਨਿਸ਼ਚਿਤ ਸੀ, ਪਰੰਤੂ ਉਸ ਦਾ ਖਰਚ ਸੀ ਜਿਹੜਾ ਵਧ ਰਿਹਾ ਸੀ। ਕਰਾਂ ਦਾ ਬੋਝ ਖੇਤੀਬਾੜੀ ਨਾ ਕਰਨ ਵਾਲੇ ਹੋਰ ਧੰਦੇ ਦੇ ਲੋਕਾਂ ਉੱਤੇ ਪੈਣ ਲੱਗਾ। ਸਰਕਾਰ ਦਾ ਕਿਸਾਨਾਂ ਵਿੱਚ ਨਾਲ ਕੋਈ ਸੰਪਰਕ ਨਹੀਂ ਸੀ। ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼ ਪਸੰਦ ਬਣਾ ਦਿੱਤਾ। ਪਹਿਲਾ ਦੋਸ਼ ਕੀ ਸੀ? ਉਹਨੇ 5 ਦੋਸ਼ ਸੀਗੇ। ਇੱਕ ਤਾਂ ਜ਼ਿਮੀਂਦਾਰਾਂ ਦੇ ਉੱਤੇ ਅਤਿਆਚਾਰ ਬਹੁਤ ਵੱਧ ਗਿਆ ਸੀ। ਇੱਕ, ਸਰਕਾਰ ਨੂੰ ਆਰਥਿਕ ਹਾਨੀ ਹੋਈ, ਕਿਉਂਕਿ ਉਸ ਦੀ ਆਮਦਨ ਜਿਹੜੀ ਭੂਮੀ ਕਰ ਤਾਂ ਨਿਸ਼ਚਿਤ ਸੀ, ਪਰੰਤੂ ਉਸ ਦਾ ਖਰਚ ਵੱਧ ਰਿਹਾ ਸੀ। ਕਰਾਂ ਦਾ ਬੋਝ ਸੀ ਜਿਹੜਾ ਖੇਤੀਬਾੜੀ ਨਾ ਵਾਲੇ ਧੰਦਿਆਂ ਦੇ ਲੋਕਾਂ ਉੱਤੇ ਪੈਣ ਲੱਗਾ, ਕਿਉਂਕਿ ਕਈ ਵਾਰੀ ਖੇਤੀਬਾੜੀ ਵਾਲੇ ਬੰਦੇ ਜ਼ਮੀਨ ਛੱਡ ਦਿੰਦੇ ਸੀ ਖਾਲੀ, ਤਾਂ ਉਹਨਾਂ ਦੇ ਉੱਤੇ ਵੀ ਇਹ ਬੋਝ ਪੈਣ ਲੱਗ ਪਿਆ ਸੀ। ਸਰਕਾਰ ਦਾ ਕਿਸਾਨਾਂ ਨਾਲ ਕੋਈ ਸੰਪਰਕ ਨਹੀਂ ਸੀ। ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਤੇ ਐਸ਼ ਪਸੰਦ ਬਣਾ ਦਿੱਤਾ ਸੀ। ਤੀਸਰਾ ਸੀ ਜਿਹੜਾ ਰਿਆਇਤਵਾੜੀ ਪ੍ਰਬੰਧ। ਸਥਾਈ ਬੰਦੋਬਸਤ ਦੇ ਦੋਸ਼ ਦੂਰ ਕਰਨ ਲਈ 1820 ਵਿੱਚ ਇੱਕ ਅੰਗਰੇਜ਼ ਅਫਸਰ ਥਾਮਸ ਮੁਨਰੋ ਨੇ ਮਦਰਾਸ ਅਤੇ ਬੰਬਈ ਵਿੱਚ ਰਿਆਇਤਵਾੜੀ ਪ੍ਰਬੰਧ ਲਾਗੂ ਕੀਤਾ। ਇਸ ਪ੍ਰਬੰਧ ਦੇ ਅਨੁਸਾਰ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ। ਤਾਂ ਜਿਹੜਾ ਰਿਆਇਤਵਾੜੀ ਪ੍ਰਬੰਧ ਸੀ, ਜਿਹੜਾ ਪਹਿਲਾ ਕੁਐਸਚਨ ਬਣਦਾ, ਇਹ ਕਦੋਂ ਕੀਤਾ? 1820 ਦੇ ਵਿੱਚ। ਤਾਂ ਸਥਾਈ ਬੰਦੋਬਸਤ ਨੂੰ ਦੂਰ ਕਰਨ ਦੇ ਲਈ ਕੀਤਾ। ਤਾਂ ਜਿਹੜਾ ਇਹ ਅਫਸਰ ਸੀ ਥਾਮਸ ਮੁਨਰੋ, ਮਦਰਾਸ ਤੇ ਬੰਬਈ ਦੇ ਵਿੱਚ ਰਿਆਇਤਵਾੜੀ ਪ੍ਰਬੰਧ ਲਾਗੂ ਹੋਇਆ ਸਭ ਤੋਂ ਪਹਿਲਾਂ, ਜਿਹਦੇ ਅਨੁਸਾਰ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ। ਇਸ ਪ੍ਰਬੰਧ ਅਨੁਸਾਰ ਭੂਮੀ ਲਗਾਨ ਦੀ ਰਕਮ ਹਰੇਕ 20 ਤੋਂ 30 ਸਾਲਾਂ ਪਿੱਛੋਂ ਵਧਾ ਦਿੱਤੀ ਜਾਂਦੀ ਸੀ। ਰਿਆਇਤਵਾੜੀ ਪ੍ਰਬੰਧ ਦੇ ਦੋਸ਼। ਰਿਆਇਤਵਾੜੀ ਪ੍ਰਬੰਧ ਅਧੀਨ ਜ਼ਿਮੀਂਦਾਰਾਂ ਦੀ ਬਜਾਏ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਕਿਸਾਨਾਂ ਤੋਂ ਉਪਜ ਦਾ ਕਾਫੀ ਹਿੱਸਾ ਲਗਾਨ ਦੇ ਰੂਪ ਵਿੱਚ ਲੈ ਲਿਆ ਜਾਂਦਾ ਸੀ। ਕਈ ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਦੇ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਬਦਲੇ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਸਨ। ਇਸ ਤੋਂ ਬਾਅਦ ਆ ਗਿਆ ਜੀ ਮਹਿਲਵਾੜੀ ਪ੍ਰਬੰਧ। ਰਿਆਇਤਵਾੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਦੇ ਲਈ ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮਹਿਲਵਾੜੀ ਲਗਾਨ ਲਾਗੂ ਕੀਤਾ ਗਿਆ। ਇਹ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ।
ਇਸ ਪ੍ਰਬੰਧ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਸਾਰੇ ਭਾਈਚਾਰੇ ਦੀ ਹੁੰਦੀ ਸੀ। ਇਹ ਪ੍ਰਬੰਧ ਲੰਬੇ ਸਮੇਂ ਲਈ ਕੀਤਾ ਜਾਂਦਾ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ ਪਹਿਲੇ ਦੋਨੋਂ ਸਥਾਈ ਬੰਦੋਬਸਤ ਅਤੇ ਰਵਾਇਤਵਾੜੀ ਪ੍ਰਬੰਧਾਂ ਦੇ ਗੁਣ ਸ਼ਾਮਿਲ ਸਨ। ਇਸ ਪ੍ਰਬੰਧ ਦਾ ਮੁੱਖ ਦੋਸ਼ ਇਹ ਸੀ ਕਿ ਇਸ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ। ਤਾਂ ਦੇਖੋ ਜੀ, ਇਹਨੂੰ ਜਿਹੜਾ ਰਾਇਤਵਾੜੀ ਸਿਸਟਮ ਸੀ, ਤਾਂ ਜਿਹੜੇ ਅੱਗੇ ਪ੍ਰਬੰਧ ਆਈ ਗਏ ਤਾਂ ਉਹ ਪਿਛਲੇ ਪ੍ਰਬੰਧ ਨੂੰ ਦੀਆਂ ਖਾਮੀਆਂ ਨੂੰ ਦੂਰ ਕਰਨ ਵਾਸਤੇ ਆਏ ਸੀ, ਪਰੰਤੂ ਇਹ ਉਲਟ ਹੁੰਦਾ ਰਿਹਾ। ਰਾਇਤਵਾੜੀ ਲਗਾਨ ਦਾ ਪ੍ਰਬੰਧ ਦੇ ਦੋਸ਼ ਨੂੰ ਦੂਰ ਕਰਨ ਦੇ ਲਈ ਉੱਤਰ ਪ੍ਰਦੇਸ਼, ਪੰਜਾਬ ਦੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਮਹਿਲਵਾੜੀ ਲਗਾਨ ਪ੍ਰਬੰਧ ਲਾਗੂ ਕੀਤਾ ਗਿਆ। ਇਹਦੇ ਅਨੁਸਾਰ ਜਿਹੜਾ ਪੂਰਾ ਪਿੰਡ ਸੀਗਾ ਉਹ ਭਾਈਚਾਰਕ ਤੌਰ 'ਤੇ ਕੰਮ ਕਰਦਾ ਸੀ, ਤਾਂ ਲਗਾਨ ਦੇ ਲਈ ਸਾਰੀ ਜ਼ਿੰਮੇਵਾਰੀ ਪੂਰੀ ਭਾਈਚਾਰੇ ਦੀ ਹੁੰਦੀ ਸੀ। ਇਸ ਪ੍ਰਬੰਧ ਦੇ ਲਈ ਕੀ ਕੀਤਾ ਜਾਂਦਾ ਸੀ, ਲੰਬਾ ਸਮਾਂ ਕੀਤਾ ਜਾਂਦਾ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ। ਇਹ ਦੋਨੇ ਸਥਾਈ ਬੰਦੋਬਸਤ ਅਤੇ ਰਾਇਤਵਾੜੀ ਜਿਹੜੇ ਪ੍ਰਬੰਧ ਸੀ, ਇਹਨਾਂ ਦੇ ਗੁਣ ਆਪਸ ਦੇ ਵਿੱਚ ਮਿਲਦੇ ਸੀ, ਤਾਂ ਦੋਨਾਂ ਦੇ ਆਪਸ ਦੇ ਵਿੱਚ ਗੁਣ ਲੈਤੇ ਇਹਨਾਂ ਨੇ। ਇਸ ਦਾ ਮੁੱਖ ਪ੍ਰਬੰਧ ਦੋਸ਼ ਸੀ ਕਿ ਇਸ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ। ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਪ੍ਰਚਲਿਤ ਕੀਤੀ ਗਈ ਲਗਾਨ ਵਿਵਸਥਾ ਕਾਰਨ ਕਿਸਾਨਾਂ ਉੱਤੇ ਜ਼ੁਲਮ ਹੋਣ ਲੱਗੇ। ਜ਼ਿਮੀਂਦਾਰੀ ਖੇਤਰਾਂ ਵਿੱਚ ਜਿੱਥੇ ਸਥਾਈ ਅਸਥਾਈ ਬੰਦੋਬਸਤ ਲਾਗੂ ਕੀਤੇ ਗਏ, ਉੱਥੇ ਜ਼ਿਮੀਂਦਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸਨ। ਉਹ ਸਰਕਾਰ ਨੂੰ ਲਗਾਨ ਦੀ ਨਿਸ਼ਚਿਤ ਰਕਮ ਦੇ ਦਿੰਦੇ ਸਨ। ਤਾਂ ਦੇਖੋ ਜੀ, ਜਿਵੇਂ ਜਿਵੇਂ ਅੰਗਰੇਜ਼ਾਂ ਦੁਆਰਾ ਪ੍ਰਚਲਿਤ ਕੀਤੇ ਗਏ ਲਗਾਨ ਦੇ ਸਿਸਟਮ ਸੀਗੇ, ਤਾਂ ਉਹੀ ਜਿਹੜੇ ਅੱਗੇ ਅੱਗੇ ਸਥਾਈ ਅਤੇ ਅਸਥਾਈ ਬੰਦੋਬਸਤ ਲਾਗੂ ਕੀਤੇ ਗਏ। ਕਿਸਾਨਾਂ ਦਾ ਇਹਦੇ ਵਿੱਚ ਸ਼ੋਸ਼ਣ ਹੁੰਦਾ ਸੀਗਾ। ਉਹ ਸਰਕਾਰ ਨੂੰ ਲਗਾਨ ਦੀ ਨਿਸ਼ਚਿਤ ਰਕਮ ਦਿੰਦੇ ਸੀ, ਭੂਮੀ ਦੇ ਮਾਲਕ ਬਣ ਗਏ, ਪਰੰਤੂ ਉਹ ਕਿਸਾਨਾਂ ਤੋਂ ਆਪਣੀ ਇੱਛਾ ਅਨੁਸਾਰ ਲਗਾਨ ਉਗਰਾਉਂਦੇ ਸਨ। ਸਰਕਾਰ ਜ਼ਿਮੀਂਦਾਰਾਂ ਨੂੰ, ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਉੱਤੇ ਅਤਿਆਚਾਰ ਕਰਨ ਤੋਂ ਨਹੀਂ ਰੋਕਦੀ ਸੀ। ਜਿਹੜੇ ਖੇਤਰਾਂ ਵਿੱਚ ਰਾਇਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਲਾਗੂ ਕੀਤੇ ਗਏ ਸਨ, ਉੱਥੇ ਜ਼ਿਮੀਂਦਾਰਾਂ ਦੀ ਬਜਾਏ ਸਰਕਾਰ ਆਪ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਇਨ੍ਹਾਂ ਖੇਤਰਾਂ ਵਿੱਚ ਭੂਮੀ ਲਗਾਨ ਫਸਲ ਦੀ ਉਪਜ ਦਾ 1/3 ਤੋਂ 1/2 ਭਾਗ ਸੀ ਜਿਹੜਾ ਲਿਆ ਜਾਂਦਾ ਸੀ। ਅੱਗੋਂ ਤੋਂ ਹਰੇਕ ਸਾਲ ਲਗਾਨ ਦੀ ਦਰ ਵੱਧ ਜਾਂਦੀ ਸੀ, ਜਿਸ ਕਾਰਨ ਕਿਸਾਨ ਬਹੁਤ ਗਰੀਬ ਹੋ ਗਏ। ਇਸ ਤੋਂ ਇਲਾਵਾ ਜ਼ਮੀਨ ਦੇ ਨਿੱਜੀ ਸੰਪਤੀ ਬਣ ਜਾਣ ਕਾਰਨ ਜ਼ਮੀਨ ਦੀ ਹੌਲੀ ਹੌਲੀ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਹੁੰਦੀ ਗਈ। ਅੰਗਰੇਜ਼ਾਂ ਦੁਆਰਾ ਪ੍ਰਚਲਿਤ ਲਗਾਨ ਵਿਵਸਥਾ ਅਨੁਸਾਰ ਕਿਸਾਨਾਂ ਨੂੰ ਨਿਸ਼ਚਿਤ ਮਿਤੀ ਲਗਾਨ ਦੀ ਨਿਸ਼ਚਿਤ ਰਕਮ ਨਕਦੀ ਰੂਪ ਵਿੱਚ ਹਰ ਸਾਲ ਜਮ੍ਹਾਂ ਕਰਾਉਣੀ ਪੈਂਦੀ ਸੀ। ਭਾਵੇਂ ਕਿਸੇ ਸਾਲ ਅਕਾਲ, ਹੜ੍ਹ, ਸੋਕਾ ਪੈ ਜਾਣ ਅਤੇ ਹੋਰ ਕਾਰਨਾਂ ਕਰਕੇ ਫਸਲ ਨਸ਼ਟ ਹੋ ਗਈਆਂ ਹੋਣ, ਅਜਿਹੀ ਹਾਲਤ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਸ਼ਾਹੂਕਾਰਾਂ ਪਾਸ ਗਹਿਣੇ ਰੱਖ ਕੇ ਕਰਜ਼ਾ ਲੈਣਾ ਪੈਂਦਾ ਸੀ, ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਸੀ ਜਿਹੜੀ ਖਰਾਬ ਹੋ ਗਈ। ਤਾਂ ਪਿਆਰੇ ਬੱਚਿਓ, ਤਾਂ ਜਿਹੜੇ ਕਿਸਾਨਾਂ ਨੇ, ਅੰਗਰੇਜ਼ਾਂ ਨੇ ਕਿਸਾਨਾਂ ਦੇ ਉੱਤੇ ਕੀ ਕੀਤੇ, ਜ਼ੁਲਮ ਹੀ ਕੀਤੇ ਆ। ਉਹਨਾਂ ਨੇ ਕਿਸੇ ਨਾ ਕਿਸੇ ਮਹਿਲਵਾੜੀ, ਰਾਇਤਵਾੜੀ ਪ੍ਰਬੰਧ ਚਲਾ ਕੇ ਤਾਂ ਇਹਨਾਂ ਪ੍ਰਬੰਧਾਂ ਤੋਂ ਜਿਹੜਾ ਲਗਾਨ ਮਹਿਸੂਸ ਲੈਂਦੇ ਸੀ ਸਰਕਾਰ। ਤਾਂ ਭਾਵੇਂ ਜਿਹੜੀ ਤੁਸੀਂ ਇੱਕ ਲਗਾਨ ਫਿਲਮ ਸੀ ਜਿਹੜੀ, ਉਹ ਅਮੀਰ ਖਾਨ ਦੀ ਇਸੇ ਤੇ ਉੱਪਰ ਹੀ ਬਣੀ ਹੋਈ ਆ। ਤਾਂ ਉਹ ਕ੍ਰਿਕਟ ਦਾ ਮੈਚ ਖੇਡਦੇ ਆ, ਪੂਰੇ ਪਿੰਡ ਦੇ ਵਿੱਚ ਕੀ ਹੋ ਜਾਂਦਾ, ਸੋਕਾ ਪੈ ਜਾਂਦਾ, ਜਿਹਦੇ ਨਾਲ ਕੀ ਨਹੀਂ ਹੁੰਦਾ, ਲਗਾਨ ਦੇ ਨਹੀਂ ਸਕਦੇ। ਪਰੰਤੂ ਉਹ ਫਿਲਮ ਦੇ ਵਿੱਚ ਦਿਖਾਇਆ ਵੀ ਜੇ ਮੈਚ ਜਿੱਤਦੇ ਆ, ਕਿਉਂਕਿ ਅੰਗਰੇਜ਼ਾਂ ਦੀ ਜਿਹੜੀ ਹਰਮਨ ਪਿਆਰੀ ਖੇਡ ਆ ਕ੍ਰਿਕਟ ਆ, ਤਾਂ ਕ੍ਰਿਕਟ ਦੇ ਵਿੱਚ ਉਹ ਜਿੱਤਣ ਦਿੰਦੇ ਨਹੀਂ ਕਿਸੇ ਨੂੰ। ਉਹਨਾਂ ਨੂੰ ਪਤਾ ਸੀ ਅੰਗਰੇਜ਼ਾਂ ਨੂੰ ਵੀ ਅਸੀਂ ਜਿੱਤ ਤਾਂ ਲਵਾਂਗੇ ਹੀ, ਪਰੰਤੂ ਉੱਥੇ ਉਹ ਜਿਹੜਾ ਫਿਲਮ ਦੇ ਰੂਪ ਦੇ ਵਿੱਚ ਬਣਾਇਆ, ਉਹ ਮੈਚ ਹਾਰਦੇ ਆ ਅਤੇ ਲਗਾਨ ਉਹਨਾਂ ਦਾ ਮਾਫ ਹੁੰਦਾ। ਤਾਂ ਜਿਹੜਾ ਇਸ ਪ੍ਰਬੰਧ ਦੇ ਵਿੱਚ ਅਸੀਂ ਫਿਲਮ ਦੇ ਨਾਲ ਕਿਉਂ ਜੋੜਿਆ ਇਹਨੂੰ, ਕਿਉਂਕਿ ਇੱਥੇ ਜਿਹੜਾ ਸੋਕਾ ਪੈਂਦਾ ਜਾਂ ਹੜ੍ਹ ਪੈ ਜਾਂਦੇ ਤਾਂ ਉਹਨਾਂ ਦੀਆਂ ਫਸਲਾਂ ਭਾਵੇਂ ਨਸ਼ਟ ਹੋ ਜਾਂਦੀਆਂ ਸੀ, ਪਰੰਤੂ ਕਿਸਾਨਾਂ ਨੂੰ ਜ਼ਮੀਨ ਸੀ ਜਿਹੜੀ ਸ਼ਾਹੂਕਾਰ ਦੇ ਕੋਲ ਰੱਖ ਕੇ ਲਗਾਨ ਦੇਣਾ ਹੀ ਪੈਂਦਾ ਸੀ। ਤਾਂ ਉਹ ਫਿਲਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਸੀ, ਲਗਾਨ ਉਹ ਮੰਗ ਹੀ ਰਹੇ ਸੀ, ਟਾਈਮ ਦੇ ਰਹੇ ਸੀ, ਪਰੰਤੂ ਉਹਨਾਂ ਦੀ ਆਰਥਿਕ ਹਾਲਤ ਸੀ ਜਿਹੜੀ ਉਹ
ਵਿਗੜਦੀ ਜਾ ਰਹੀ ਸੀ। ਤਾਂ ਇਹ ਪਰ ਪਿਆਰੇ ਬੱਚਿਓ ਜਿਹੜਾ 1/3 ਸੀ, 1/2 ਭਾਗ ਲਿਆ ਜਾਂਦਾ ਸੀ ਲਗਾਨ ਦੇ ਰੂਪ ਦੇ ਵਿੱਚ, ਤਾਂ ਅੰਗਰੇਜ਼ਾਂ ਨੇ ਮਿਥਿਆ ਹੋਇਆ ਸੀ। ਤਾਂ ਇਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਕ੍ਰਿਸ਼ੀ ਵਣਜੀਕਰਨ। ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਸੀ। ਖੇਤੀਬਾੜੀ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਂਦੀ ਸੀ। ਕਿਸਾਨਾਂ ਤੋਂ ਇਲਾਵਾ ਹਰੇਕ ਪਿੰਡ ਵਿੱਚ ਘੁਮਿਆਰ, ਜੁਲਾਹੇ, ਮੋਚੀ, ਦਰਖਾਨ, ਲੁਹਾਰ, ਭੰਗੀ, ਨਾਈ, ਧੋਬੀ ਆਦਿ ਹੁੰਦੇ ਸਨ। ਇਹ ਸਾਰੇ ਲੋਕ ਮਿਲ ਕੇ ਪਿੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਸਨ। ਪਰੰਤੂ ਭਾਰਤ ਵਿੱਚ ਅੰਗਰੇਜ਼ੀ ਰਾਜ ਹੋਣ ਨਾਲ ਪਿੰਡਾਂ ਦੀ ਆਤਮ ਨਿਰਭਰਤਾ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਹੋਇਆ। ਅੰਗਰੇਜ਼ਾਂ ਦੁਆਰਾ ਲਾਗੂ ਕੀਤਾ ਗਿਆ ਭੂਮੀ ਲਗਾਨ ਪ੍ਰਣਾਲੀ ਅਨੁਸਾਰ ਕਿਸਾਨਾਂ ਨੂੰ ਲਗਾਨ ਦੇ ਤੌਰ 'ਤੇ ਨਿਸ਼ਚਿਤ ਰਕਮ ਸਮੇਂ ਸਿਰ ਸਰਕਾਰ ਨੂੰ ਦੇਣੀ ਪੈਂਦੀ ਸੀ। ਇਸ ਲਈ ਕਿਸਾਨਾਂ ਹੁਣ ਫਸਲਾਂ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਹੀ ਨਹੀਂ, ਸਗੋਂ ਮੰਡੀ ਵਿੱਚ ਵੇਚਣ ਲਈ ਪੈਦਾ ਕਰਦੇ ਸਨ। ਉਹਨਾਂ ਦਾ ਉਦੇਸ਼ ਫਸਲਾਂ ਤੋਂ ਵੱਧ ਧਨ ਕਮਾਉਣਾ ਹੋ ਗਿਆ ਸੀ। ਉਹ ਸਰਕਾਰ ਨੂੰ ਨਿਸ਼ਚਿਤ ਸਮੇਂ 'ਤੇ ਭੂਮੀ ਲਗਾਨ ਦੀ ਰਕਮ ਦੇ ਸਕਦੇ ਸਨ। ਸ਼ਾਹੂਕਾਰਾਂ ਦਾ ਕਰਜ਼ਾ ਮੋੜਿਆ ਜਾ ਸਕਦਾ ਸੀ। ਇਸ ਤਰ੍ਹਾਂ ਪਿੰਡਾਂ ਵਿੱਚ ਕ੍ਰਿਸ਼ੀ ਦਾ ਵਣਜੀਕਰਨ ਸ਼ੁਰੂ ਹੋ ਗਿਆ। ਤਾਂ ਦੇਖੋ ਜੀ, ਇਹ ਕ੍ਰਿਸ਼ੀ ਵਣਜੀਕਰਨ ਕੀ ਸੀਗਾ? ਤਾਂ ਅੰਗਰੇਜ਼ਾਂ ਦੀ ਸਥਾਪਨਾ ਤੋਂ ਪਹਿਲਾਂ ਜਿਹੜਾ ਭਾਰਤੀ ਲੋਕਾਂ ਦਾ ਜਿਹੜੇ ਕਿੱਤੇ ਸੀ ਉਹ ਬਹੁਤ ਸੀਗੇ। ਉਹ ਜਿਹੜੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਰਦੇ ਸੀਗੇ। ਤਾਂ ਹਰੇਕ ਪਿੰਡ ਦੇ ਵਿੱਚ ਘੁਮਿਆਰ, ਜੁਲਾਹੇ, ਮੋਚੀ, ਤਰਖਾਣ, ਲੁਹਾਰ, ਭੰਗੀ, ਨਾਈ ਹੁੰਦੇ ਸੀਗੇ। ਜਿਹੜੇ ਇਹ ਸਾਰੇ ਬੰਦੇ ਸੀਗੇ, ਇਹ ਪਿੰਡ ਦੇ ਆਪਸ ਦੇ ਵਿੱਚ ਲੋੜਾਂ ਨੂੰ ਇੱਕ ਦੂਜੇ ਦੀਆਂ ਪੂਰਾ ਕਰਦੇ ਸੀਗੇ। ਤਾਂ ਜਦੋਂ ਅੰਗਰੇਜ਼ੀ ਰਾਜ ਹੋਣ ਨਾਲ ਪਿੰਡ ਸੀ ਜਿਹੜੇ ਆਤਮ ਨਿਰਭਰਤਾ ਦੀ ਵਿਵਸਥਾ ਨੂੰ ਕੀ ਹੋਇਆ ਸੀ? ਨੁਕਸਾਨ ਹੋਇਆ ਸੀ। ਤਾਂ ਜਿਹੜੀ ਕ੍ਰਿਸ਼ੀ ਵਣਜੀਕਰਨ ਸੀਗੀ, ਉਹਨਾਂ ਨੇ ਇਹ ਪਿੰਡਾਂ ਨੂੰ ਆਤਮ ਨਿਰਭਰ ਬਣਾਇਆ ਸੀ। ਤਾਂ ਇਹਦੇ ਵਿੱਚ ਜਿਹੜੀ ਕੀ ਕਰਨਾ ਸੀਗਾ, ਜਿਹੜੀ ਭੂਮੀ ਲਗਾਨ ਪ੍ਰਣਾਲੀ ਸੀਗੇ, ਇਹਦੇ ਅਨੁਸਾਰ ਨਿਸ਼ਚਿਤ ਰਕਮ ਸੀ ਜਿਹੜੀ ਸਮੇਂ ਸਿਰ ਸਰਕਾਰ ਨੂੰ ਦੇਣੀ ਪੈਂਦੀ ਸੀ। ਇਸ ਲਈ ਕਿਸਾਨ ਹੁਣ ਫਸਲ ਪਿੰਡਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਨਹੀਂ, ਸਗੋਂ ਮੰਡੀ ਵਿੱਚ ਵੇਚਣ ਦੇ ਲਈ ਤਿਆਰ ਹੁੰਦੇ ਸੀਗੇ। ਉਹਨਾਂ ਦਾ ਉਦੇਸ਼ ਫਸਲਾਂ ਨੂੰ ਵੱਧ ਤੋਂ ਵੱਧ ਧਨ ਕਮਾਉਣਾ ਹੁੰਦਾ ਸੀ, ਤਾਂ ਕਿ ਸਰਕਾਰ ਨੂੰ ਨਿਸ਼ਚਿਤ ਸਮੇਂ ਦੇ ਉੱਤੇ ਰਕਮ ਲਗਾਨ ਦੇ ਸਕਣ, ਸ਼ਾਹੂਕਾਰਾਂ ਦਾ ਕਰਜ਼ਾ ਮੋੜਿਆ ਜਾ ਸਕੇ। ਤਾਂ ਅਸੀਂ ਇਸ ਨੂੰ ਪਿੰਡਾਂ ਦਾ ਕੀ ਕਹਿੰਦੇ ਸੀਗੇ? ਵਣਜੀਕਰਨ ਸ਼ੁਰੂ ਹੋ ਗਿਆ ਸੀ। ਕਿਸਾਨ ਹੁਣ ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪੜਸਨ ਫਸਲਾਂ ਪੈਦਾ ਕਰਨ ਲੱਗੇ ਸਨ, ਕਿਉਂਕਿ ਇਹਨਾਂ ਦੀਆਂ ਮੰਡੀਆਂ ਵਿੱਚ ਬਹੁਤ ਮੰਗ ਸੀ। ਪਹਿਲਾਂ ਕਿਸਾਨ ਕੀ ਕਰਦਾ ਸੀ? ਕਣਕ ਅਤੇ ਚਾਵਲ ਬਣਾਉਂਦਾ ਸੀ, ਬੀਜਦਾ ਸੀ। ਤਾਂ ਉਹੀ ਫਸਲ ਸੀ ਜਿਹੜੀ ਉਹ ਕੀ ਕਰਦਾ ਸੀਗਾ? ਆਪਦੇ ਘਰ ਦੇ ਲਈ ਉਪਯੋਗ ਕਰਦਾ ਸੀ। ਪਰੰਤੂ ਹੁਣ ਕਿਸਾਨ ਦੀ ਚੇਂਜ ਆਈ, ਕਿਉਂਕਿ ਉਹਨਾਂ ਨੇ ਇੱਕ ਤਾਂ ਸ਼ਾਹੂਕਾਰਾਂ ਦਾ ਕਰਜ਼ਾ ਮੋੜਨਾ ਸੀ ਅਤੇ ਸਰਕਾਰ ਨੂੰ ਲਗਾਨ ਦੇਣਾ ਸੀ। ਇਸ ਕਰਕੇ ਉਹਨੇ ਕਣਕ, ਕਪਾਹ, ਤੇਲ ਦੇ ਬੀਜ, ਗੰਨੇ, ਪੜਸਨ ਆਦਿ ਫਸਲਾਂ ਪੈਦਾ ਕਰਨ ਲੱਗੇ, ਕਿਉਂਕਿ ਇਹਨਾਂ ਦੀਆਂ ਮੰਡੀਆਂ ਵਿੱਚ ਬਹੁਤ ਮੰਗ ਸੀ। ਇਹਨਾਂ ਫਸਲਾਂ ਨੂੰ ਵੇਚਣ ਦੇ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਆਮਦਨ ਹੋਣ ਲੱਗੀ ਸੀ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਕਾਰਨ ਉੱਥੇ ਸਥਾਪਿਤ ਕੀਤੇ ਗਏ ਕਾਰਖਾਨਿਆਂ ਲਈ ਕੱਚੇ ਮਾਲ ਦੀ ਬਹੁਤ ਲੋੜ ਸੀ। ਇਸ ਕਰਕੇ ਅੰਗਰੇਜ਼ੀ ਸਰਕਾਰ ਨੇ ਖੇਤੀਬਾੜੀ ਭਾਵ ਕ੍ਰਿਸ਼ੀ ਦਾ ਵਣਜੀਕਰਨ ਸ਼ੁਰੂ ਕਰ ਦਿੱਤਾ, ਜੋ ਪੰਜਾਬ, ਬੰਗਾਲ, ਗੁਜਰਾਤ, ਖਾਨਦੇਸ਼ ਦੇ ਬਰਾਰ ਆਦਿ ਖੇਤਰਾਂ ਵਿੱਚ ਸਭ ਤੋਂ ਵੱਧ ਹੋਇਆ ਸੀ। ਕ੍ਰਿਸ਼ੀ ਵਣਜੀਕਰਨ ਦੇ ਪ੍ਰਭਾਵ। ਤਾਂ ਇਹਦੇ ਪ੍ਰਭਾਵ ਕੀ ਪਏ? ਕ੍ਰਿਸ਼ੀ ਵਣਜੀਕਰਨ ਦੇ ਜਿਹੜੇ ਪ੍ਰਭਾਵ ਸੀਗੇ ਆਪਾਂ ਨੂੰ ਪਏ, ਕਿਉਂਕਿ ਕਿਸਾਨ ਸੀ ਜਿਹੜੇ ਉਹ ਆਪਣੀਆਂ ਫਸਲਾਂ ਨੂੰ ਵਧਾਉਣਾ ਸ਼ੁਰੂ ਕਰਤਾ ਸੀ। ਜਿਵੇਂ ਆਪਾਂ ਨੇ ਪੜ੍ਹਿਆ, ਕਣਕ, ਕਪਾਹ ਦੇ ਬੀਜ, ਪੜਸਨ ਆਦਿ ਫਸਲਾਂ ਸੀ ਜਿਹੜੀਆਂ ਪੈਦਾ ਕਰਨ ਲੱਗ ਪਏ ਸੀ। ਮੰਡੀਆਂ ਦੇ ਵਿੱਚ ਜਿਹੜੀ ਇਹਦੀ ਮੰਗ ਸੀ ਵੱਧ ਗਈ ਸੀ। ਤਾਂ ਫਸਲਾਂ ਵੇਚਣ ਦੇ ਨਾਲ ਨਾਲ ਜਿਹੜੀ ਉਹਨਾਂ ਨੂੰ ਆਮਦਨ ਵੀ ਵੱਧ ਗਈ ਸੀ। ਤਾਂ ਜਿਹੜਾ ਖੇਤੀਬਾੜੀ ਕ੍ਰਿਸ਼ੀ ਵਣਜੀਕਰਨ ਸ਼ੁਰੂ ਹੋ ਗਿਆ ਸੀ। ਪੰਜਾਬ, ਬੰਗਾਲ, ਗੁਜਰਾਤ, ਖਾਨਾਦੇਸ਼, ਬਰਾਰ ਦੀਆਂ ਖੇਤਰਾਂ ਵਿੱਚ ਸਭ ਤੋਂ ਵੱਧ ਹੋਇਆ ਸੀ। ਲਾਭ ਕੀ ਹੋਇਆ ਸੀ ਪਹਿਲਾਂ ਇਹਨਾਂ ਦਾ? ਕ੍ਰਿਸ਼ੀ ਵਣਜੀਕਰਨ ਦੇ ਕਾਰਨ ਹੀ ਕਈ ਕਿਸਮ ਦੀਆਂ ਫਸਲਾਂ ਉਗਾਈਆਂ ਜਾ ਸਕਦੀਆਂ, ਕਿਉਂਕਿ ਪਹਿਲਾਂ ਕਿਸਾਨ ਸੀ ਜਿਹੜਾ ਉਹ ਸਿਰਫ ਆਪਦੀਆਂ ਲੋੜ ਦੀਆਂ ਫਸਲਾਂ ਉਗਾਉਂਦਾ ਸੀ। ਜਦੋਂ ਕ੍ਰਿਸ਼ੀ ਵਣਜੀਕਰਨ ਹੋਇਆ
ਤਾਂ ਉਹਨੇ ਫਸਲਾਂ ਸੀ ਜਿਹੜੀਆਂ ਵਧੀਆ ਉਤਪਾਦਨ ਵਾਲੀਆਂ ਸ਼ੁਰੂ ਕਰਤੀਆਂ ਅਤੇ ਪੈਦਾਵਾਰ ਵਿੱਚ ਵਾਧਾ ਹੋਇਆ। ਅਤੇ ਪੈਦਾਵਾਰ ਵੀ ਉਹਨਾਂ ਨੇ ਜਿਵੇਂ ਕਿੱਲੇ ਦੇ ਵਿੱਚੋਂ 1 ਹੈਕਟੇਅਰ ਦੇ ਵਿੱਚੋਂ ਫਸਲ ਵੀ ਵਧੀ। ਸਿੱਟੇ ਵਜੋਂ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ, ਕਿਉਂਕਿ ਹੁਣ ਵਣਜੀਕਰਨ ਹੋਇਆ ਤਾਂ ਫਸਲ ਆ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣੀ ਸੀ। ਇਹਦੇ ਨਾਲ ਕੀ ਹੋਇਆ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ, ਜਿਸ ਕਰਕੇ ਕਿਸਾਨਾਂ ਲਈ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਜਾਣਾ ਆਸਾਨ ਹੋ ਗਿਆ। ਉਹ ਸ਼ਹਿਰਾਂ ਤੋਂ ਕੱਪੜੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਸਤੇ ਮੁੱਲ 'ਤੇ ਖਰੀਦ ਕੇ ਲਿਆ ਸਕਦੇ ਸੀ। ਕਿਸਾਨਾਂ ਦਾ ਸ਼ਹਿਰਾਂ ਨਾਲ ਸੰਪਰਕ ਹੋਣ ਕਾਰਨ ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਸਿੱਟੇ ਵਜੋਂ ਕਿਸਾਨਾਂ ਵਿੱਚ ਹੌਲੀ ਹੌਲੀ ਰਾਸ਼ਟਰੀ ਜਾਗ੍ਰਿਤੀ ਉਤਪੰਨ ਸ਼ੁਰੂ ਹੋ ਗਈ। ਹੁਣ ਦੇਖੋ ਜੀ ਪਿਆਰੇ ਬੱਚਿਓ, ਕ੍ਰਿਸ਼ੀ ਵਣਜੀਕਰਨ ਨਾਲ ਇੱਕ ਤਾਂ ਫਸਲਾਂ ਦਾ ਕੀ ਹੋਇਆ, ਵਿਕਾਸ ਹੋਇਆ, ਫਸਲਾਂ ਵੱਧ ਹੋਣ ਲੱਗ ਪਈਆਂ, ਪੈਦਾਵਾਰ ਵਧੀਆ ਹੋਣ ਲੱਗ ਪਈ, ਕੁਆਲਿਟੀ ਹਾਈ ਕੁਆਲਿਟੀ ਹੋਣ ਲੱਗ ਪਈ। ਅਤੇ ਇਹਦੇ ਨਾਲ ਇੱਕ ਸਾਰਿਆਂ ਨਾਲੋਂ ਵੱਡੀ ਸਹੂਲਤ ਸੀ ਜਿਹੜੀ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ। ਉਹਦੇ ਨਾਲ ਜਦੋਂ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ ਤਾਂ ਉਹਦੇ ਨਾਲ ਪਿੰਡ ਸੀ ਜਿਹੜੇ ਸ਼ਹਿਰ ਦੇ ਨਾਲ ਜੁੜ ਗਏ। ਜਦੋਂ ਪਿੰਡ ਸ਼ਹਿਰ ਦੇ ਨਾਲ ਜੁੜ ਗਏ ਤਾਂ ਉੱਥੋਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸੀ ਉਹ ਸਸਤੇ ਮੁੱਲ ਦੇ ਉੱਤੋਂ ਸ਼ਹਿਰ ਦੇ ਵਿੱਚੋਂ ਲਿਆ ਕੇ ਪਿੰਡ ਵਾਲੇ ਵਰਤ ਸਕਦੇ ਸੀ। ਤਾਂ ਇਹਦੇ ਨਾਲ ਕੀ ਹੋਇਆ, ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ। ਕਿਸਾਨ ਹੌਲੀ ਹੌਲੀ ਰਾਸ਼ਟਰੀ ਪ੍ਰਤੀ ਜਾਗਰੂਕਤਾ ਹੋਣ ਲੱਗ। ਇੱਥੇ ਜਿੱਥੇ ਲਾਭ ਹੋਇਆ ਉੱਥੇ ਥੋੜ੍ਹੀਆਂ ਜਿਹੀਆਂ ਹਾਨੀਆਂ ਵੀ ਆਪਾਂ ਨੂੰ ਹੋਈਆਂ। ਕਿਸਾਨਾਂ ਨੂੰ ਜਿੱਥੇ ਕ੍ਰਿਸ਼ੀ ਵਣਜੀਕਰਨ ਦੇ ਲਾਭ ਹੋਏ ਉੱਥੇ ਇਸ ਦੀਆਂ ਹਾਨੀਆਂ ਵੀ ਕਾਫੀ ਹੋਈਆਂ। ਕਿਸਾਨ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਸੀ। ਮੰਡੀਆਂ ਵਿੱਚ ਉਹਨਾਂ ਦੀਆਂ ਫਸਲਾਂ ਦਾ ਮੁਕਾਬਲਾ ਅਮਰੀਕਾ, ਆਸਟ੍ਰੇਲੀਆ, ਯੂਰਪ ਆਦਿ ਦੀਆਂ ਫਸਲਾਂ ਨਾਲ ਹੁੰਦਾ ਸੀ, ਜੋ ਕਿ ਮਸ਼ੀਨਾਂ ਨਾਲ ਉਗਾਈਆਂ ਜਾਂਦੀਆਂ ਸੀ। ਦੇਖੋ ਜੀ, ਆਪਣੇ ਭਾਰਤ ਦੇ ਵਿੱਚ ਸੀ ਜਿਹੜੇ ਲੋਕ ਅਨਪੜ੍ਹ ਸੀ ਅਤੇ ਖੇਤੀਬਾੜੀ ਪੁਰਾਣੇ ਢੰਗ ਦੇ ਨਾਲ ਕਰਦੇ ਸੀ, ਪਰੰਤੂ ਅਮਰੀਕਾ, ਆਸਟ੍ਰੇਲੀਆ, ਯੂਰਪ ਦੇ ਵਿੱਚ ਖੇਤੀਬਾੜੀ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਸੀ। ਇਸ ਕਰਕੇ ਜਿਹੜਾ ਫਸਲ ਦੀ ਡਿਮਾਂਡ ਸੀ ਉਹ ਕਿਹਦੇ ਨਾਲ ਹੁੰਦੀ ਆ, ਜਿੱਥੇ ਮਸ਼ੀਨਾਂ ਦੇ ਨਾਲ ਜ਼ਿਆਦਾ ਪੈਦਾ ਹੋਈ ਹੋਵੇ ਤਾਂ ਉਸ ਦੀ ਮੰਗ ਕਰਕੇ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੁੰਦਾ, ਕਿਸਾਨਾਂ ਨੂੰ ਜ਼ਿਆਦਾ ਲਾਭ ਨਹੀਂ ਹੋ ਸਕਦਾ ਸੀ ਅਤੇ ਜਿਹੜਾ ਮੁੱਲ ਸੀਗਾ ਉਹਦੀ ਫਸਲ ਦਾ ਘੱਟ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਕਿਸਾਨ ਨੂੰ ਆਪਣੀ ਫਸਲ ਮੰਡੀ ਵਿੱਚ ਆੜ੍ਹਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ। ਸਿੱਧੀ ਫਸਲ ਨਹੀਂ ਵੇਚਦੀ ਸੀ ਤਾਂ ਉੱਥੇ ਇੱਕ ਆੜ੍ਹਤੀਆ ਰੱਖਦਾ ਸੀ। ਆੜ੍ਹਤੀਆ ਕੋਲ ਫਸਲ ਹੁੰਦੀ, ਆੜ੍ਹਤੀਆ ਉਹਦੇ ਵਿੱਚੋਂ 1-2% ਆਪਣੀ ਦਲਾਲੀ ਲੈਂਦਾ ਸੀ, ਫਿਰ ਉਹਦੀ ਫਸਲ ਵੇਚਦਾ ਸੀ, ਜਿਹੜਾ ਕਿ ਮੁਨਾਫਾ ਆਪ ਲੈਂਦਾ ਸੀ ਅਤੇ ਕਿਸਾਨਾਂ ਨੂੰ ਉਸ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ। ਤਾਂ ਇਸ ਤਰ੍ਹਾਂ ਜਿਹੜਾ ਉਦੋਂ ਬਾਅਦ ਜਦੋਂ ਇਹਦੇ ਨਾਲ ਉਹਨੂੰ ਘਾਟਾ ਪੈਣ ਲੱਗ ਪਿਆ ਤਾਂ ਕਿਸਾਨਾਂ ਨੇ ਕੀ ਕੀਤਾ, ਵਿਦਰੋਹ ਕੀਤਾ। ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਵੱਖ-ਵੱਖ ਪ੍ਰਣਾਲੀਆਂ ਲਾਗੂ ਕੀਤੀਆਂ, ਜਿਨ੍ਹਾਂ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ। ਇਸ ਕਰਕੇ ਉਹ ਸ਼ਾਹੂਕਾਰਾਂ ਦੇ ਕਰਜ਼ਈ ਹੋ ਜਾਂਦੇ ਸਨ। ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ। ਇਸ ਕਾਨੂੰਨ ਅਨੁਸਾਰ ਜਿਹੜਾ ਜ਼ਿਮੀਂਦਾਰ ਹਰੇਕ ਸਾਲ 31 ਮਾਰਚ ਨੂੰ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਾਉਂਦਾ ਸੀ, ਉਸ ਦੀ ਭੂਮੀ ਕਿਸੇ ਹੋਰ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ। ਇਸ ਦੇ ਇਲਾਵਾ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਜ਼ਬਤ ਕਰ ਲਿਆ। ਉਹਨਾਂ ਨੇ ਕਰ ਮੁਕਤ ਜ਼ਮੀਨਾਂ 'ਤੇ ਜਿਹੜੀਆਂ ਕਿ ਬਾਦਸ਼ਾਹ ਵੱਲੋਂ ਰਾਜ ਦੇ ਜਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ, ਉਹਨਾਂ ਨੇ ਮੁੜ ਕੀ ਕੀਤਾ, ਮੁੜ ਕਰ ਲਗਾ ਦਿੱਤੇ। ਲਗਾਨ ਦੀ ਦਰ ਪਹਿਲਾਂ ਨਾਲੋਂ ਵਧਾ ਦਿੱਤੀ ਗਈ। ਸਰਕਾਰ ਇਹ ਲਗਾਨ ਇਕੱਠਾ ਕਰਨ ਦੇ ਲਈ ਬੜੀ ਸਖਤੀ ਕਰਦੀ ਸੀ। ਇਸ ਕਾਰਨ ਕਿਸਾਨਾਂ ਦੀ ਹਾਲਤ ਜਿਹੜੀ ਖਰਾਬ ਹੋ ਗਈ ਸੀ। ਸਿੱਟੇ ਵਜੋਂ ਅੰਗਰੇਜ਼ਾਂ ਦੇ ਵਿਰੁੱਧ ਕੀ ਕੀਤਾ, ਵਿਦਰੋਹ ਸ਼ੁਰੂ ਹੋ ਗਿਆ। ਤਾਂ ਦੇਖੋ ਪਿਆਰੇ ਬੱਚਿਓ, ਕੀ ਹੋਇਆ ਇਹਦੇ ਵਿੱਚ, ਜਿਹੜਾ ਕਿਸਾਨਾਂ ਨੂੰ ਲਗਾਨ ਸੀ ਜਿਹੜਾ ਬਹੁਤ ਜ਼ਿਆਦਾ ਦੇਣਾ ਪੈਂਦਾ ਸੀ। ਇਸ ਕਰਕੇ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸੀ ਉਹ ਵੀ ਕੀ ਹੋ ਗਏ, ਕਰਜ਼ਾਈ ਹੋਣ ਲੱਗ ਪਏ। ਤਾਂ ਬੰਗਾਲ ਦੇ ਜਿਹੜਾ ਸਥਾਈ ਬੰਦੋਬਸਤ ਅਨੁਸਾਰ ਵਿਕਰੀ ਕਾਨੂੰਨ ਸੀ ਜਿਹੜਾ ਅੰਗਰੇਜ਼ਾਂ ਦੇ ਉੱਤੇ ਲਾਗੂ ਸੀਗਾ। ਇਸ ਕਾਨੂੰਨ ਅਨੁਸਾਰ ਜਿਹੜਾ ਜ਼ਿਮੀਂਦਾਰ ਹਰੇਕ ਸਾਲ 31 ਮਾਰਚ ਨੂੰ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਾਉਂਦਾ ਸੀ, ਉਸ ਦੀ ਭੂਮੀ ਸੀ ਜਿਹੜੀ ਉਹਨੂੰ ਜ਼ਿਮੀਂਦਾਰ ਵੇਚ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਕੀ ਕਰ ਲਿਆ ਸੀ, ਜ਼ਬਤ ਕਰ ਲਿਆ ਸੀ। ਜਿਸ ਤਰ੍ਹਾਂ ਤੁਹਾਨੂੰ ਲਗਾਨ ਫਿਲਮ ਬਾਰੇ ਦੱਸਿਆ,
ਤਾਂ ਜਿਹੜੀਆਂ ਬਾਦਸ਼ਾਹ ਵੱਲੋਂ ਰਾਜ ਦੇ ਜੰਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਜਾਂਦੀਆਂ ਸੀ ਤੇ ਮੁੜ ਉਹਨਾਂ ਨੂੰ ਕੀ ਕੀਤਾ ਜਾਂਦਾ ਸੀ, ਕਰ ਲਗਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜਿਹੜੀ ਕਿਸਾਨਾਂ ਦੀ ਜਿਹੜੀ ਹਾਲਤ ਸੀ ਉਹ ਬਦ ਤੋਂ ਬਦਤਰ ਹੋ ਰਹੀ ਸੀ, ਤਾਂ ਕਿਸਾਨਾਂ ਨੇ ਵਿਦਰੋਹ ਕੀਤਾ। ਤਾਂ 1849 ਈਸਵੀ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਜਿਵੇਂ ਪਟਿਆਲਾ, ਰਾਵਲਪਿੰਡੀ, ਪਾਕਿਸਤਾਨ ਆਦਿ ਕਿਸਾਨਾਂ ਵਿੱਚ ਵਿਦਰੋਹ ਹੋਏ। ਕਿਸਾਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਿਉਂ ਕੀਤਾ? ਨੀਲ ਵਿਦਰੋਹ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਨੀਲ ਉਤਪਾਦਨ ਦੇ ਵੱਧ ਲਗਾਨ ਲਗਾਉਣ ਵਿਰੁੱਧ ਵਿਦਰੋਹ ਕੀਤੇ। 1858 ਈਸਵੀ ਤੋਂ 1860 ਈਸਵੀ ਤੱਕ ਬੰਗਾਲ ਅਤੇ ਬਿਹਾਰ ਦੇ ਬਹੁਤ ਵੱਡੇ ਇਲਾਕਿਆਂ ਵਿੱਚ ਇਹ ਵਿਦਰੋਹ ਫੈਲ ਗਿਆ। ਨੀਲ ਦੇ ਬਗੀਚੇ ਲਗਾਉਣ ਵਾਲਿਆਂ ਨੂੰ ਸ਼ਕਤੀ ਦੁਆਰਾ ਤੇ ਸਰਕਾਰ ਨੇ ਵੀ ਨੀਲ ਬੀਜਣ ਤੋਂ ਨਾ ਕਰਨ ਵਾਲਿਆਂ ਕਿਸਾਨਾਂ ਨੂੰ ਧਮਕੀ ਦੇ ਕੇ ਇਸ ਅੰਦੋਲਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਕਿਸਾਨ ਅੜੇ ਰਹੇ। ਜਦੋਂ ਉਹਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ 'ਤੇ ਹਮਲਾ ਕਰ ਦਿੱਤਾ, ਲੁੱਟ ਮਾਰ ਕੀਤੀ। ਸਰਕਾਰ ਦੁਆਰਾ ਕਿਸਾਨਾਂ ਨੂੰ ਰੋਕਣ ਦੇ ਸਾਰੇ ਯਤਨ ਅਸਫਲ ਰਹੇ। 1866 ਵਿੱਚ ਨੀਲ ਦੀ ਖੇਤੀ ਵਿਰੁੱਧ ਵਿਦਰੋਹ ਬਿਹਾਰ ਦੇ ਵਿੱਚ ਚੰਪਾਰਣ ਵਿੱਚ ਹੋਇਆ। ਨੀਲ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ 20ਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਨੀਲ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਨਹੀਂ ਕੀਤਾ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵਿਦਰੋਹ ਕਿਉਂ ਕੀਤਾ ਸੀ? ਤਾਂ ਇਹ ਕੁਐਸਚਨ ਬਣਦਾ ਵਿਚਾਰੇ ਵਿੱਚੋਂ, ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵਿਦਰੋਹ ਕਿਉਂ ਕੀਤਾ ਸੀ? ਕਿਉਂਕਿ ਜਿਹੜਾ ਨੀਲ ਉਹਨਾਂ ਦਾ ਉਤਪਾਦਨ ਕੀ ਹੁੰਦਾ ਸੀਗਾ, ਕਰਦੇ ਸੀ, ਉਹਦੇ ਉੱਤੇ ਲਗਾਨ ਸੀ ਜਿਹੜਾ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਦੇਣਾ ਪੈਂਦਾ ਸੀ। 1858 ਤੋਂ 1860 ਈਸਵੀ ਵਿੱਚ ਬੰਗਾਲ ਤੇ ਬਿਹਾਰ ਦੇ ਵਿੱਚ ਵੱਡੇ ਇਲਾਕਿਆਂ ਵਿੱਚ ਵਿਦਰੋਹ ਫੈਲ ਗਿਆ ਸੀਗਾ। ਨੀਲ ਦੇ ਬਗੀਚੇ ਲਗਾਉਣ ਵਾਲਿਆਂ ਨੇ ਕਿਸਾਨਾਂ ਦੁਆਰਾ ਸਰਕਾਰ ਦੇ ਨੀਲ ਬੀਜਣ ਤੋਂ ਨਾ ਕਰਨ ਵਾਲੇ ਕਿਸਾਨਾਂ ਨੂੰ ਧਮਕੀ ਦੇ ਕੇ ਅੰਦੋਲਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਕਿਸਾਨ ਜਿਹੜੇ ਸੀ ਇਹਦੇ ਉੱਤੇ ਅੜੇ ਰਹੇ। ਜਦੋਂ ਉਹਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਅੰਗਰੇਜ਼ੀ ਕਾਸ਼ਤਕਾਰਾਂ ਦੀਆਂ ਫੈਕਟਰੀਆਂ 'ਤੇ ਹਮਲਾ ਕਰ ਦਿੱਤਾ। ਤਾਂ ਇਹ ਫੈਕਟਰੀ ਸੀ ਜਿਹੜੀ ਅੰਗਰੇਜ਼ਾਂ ਦੀਆਂ ਕਾਸ਼ਤਕਾਰਾਂ ਦੀਆਂ ਫੈਕਟਰੀਆਂ ਸੀ, ਉਹਦੇ ਉੱਤੇ ਹਮਲਾ ਕੀਤਾ। ਸਰਕਾਰ ਦੁਆਰਾ ਕਿਸਾਨਾਂ ਨੂੰ ਰੋਕਣ ਦੇ ਯਤਨ ਸੀ ਜਿਹੜੇ ਅਸਫਲ ਹੋ ਗਏ ਸੀ। 1866 ਤੋਂ 1868 ਵਿੱਚ ਨੀਲ ਖੇਤੀ ਦੇ ਵਿਰੁੱਧ ਵਿਦਰੋਹ ਹੋਇਆ। ਕਿੱਥੇ ਹੋਇਆ? ਚੰਪਾਰਣ ਦੇ ਵਿੱਚ, ਬਿਹਾਰ ਦੇ ਵਿੱਚ। ਨੀਲ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ 20ਵੀਂ ਸਦੀ ਦੇ ਆਰੰਭ ਵਿੱਚ ਮਹਾਤਮਾ ਗਾਂਧੀ ਨੇ ਕਿਸਾਨਾਂ ਦਾ ਸਮਰਥਨ ਨਹੀਂ ਦਿੱਤਾ। ਤਾਂ ਹੁਣ ਅਸੀਂ ਯਾਦ ਰੱਖਣ ਯੋਗ ਗੱਲਾਂ, 27 ਬੰਦੋਬਸਤ 1793 ਈਸਵੀ ਦੇ ਵਿੱਚ, ਰੈਤਵਾੜੀ ਪ੍ਰਬੰਧ 1820 ਈਸਵੀ ਦੇ ਵਿੱਚ, ਮਹਿਲਵਾੜੀ ਪ੍ਰਬੰਧ ਸੀ ਜਿਹੜਾ, ਇਹਨਾਂ ਸਾਰਿਆਂ ਦੇ ਇੱਕੋ ਜਿਹੇ ਲੰਬੇ ਸਮੇਂ ਤੱਕ ਪ੍ਰਭਾਵ ਪਏ। ਲਗਾਨ ਦੀ ਦਰ ਸੀ ਜਿਹੜੀ ਜ਼ਿਆਦਾ ਅਤੇ ਆਫਤਾਂ ਸਮੇਂ ਲਗਾਨ ਮਾਫ ਨਾ ਕਰਨ ਕਰਕੇ ਕਿਸਾਨ ਕਰਜ਼ਾਈ ਤੇ ਜ਼ਮੀਨਾਂ ਤੋਂ ਵਾਂਝੇ ਹੋ ਗਏ ਸੀ। ਕ੍ਰਿਸ਼ੀ ਵਪਾਰੀਕਰਨ ਹੋਣ ਕਾਰਨ ਕਿਸਾਨ ਕਣਕ, ਕਪਾਹ, ਤੇਲ ਦੇ ਬੀਜ, ਪਟਸਨ ਫਸਲਾਂ ਪੈਦਾ ਕਰਨ ਲੱਗੇ। ਇੰਗਲੈਂਡ ਦੇ ਉਦਯੋਗਾਂ ਵਿੱਚ ਇਹਨਾਂ ਫਸਲਾਂ ਨੂੰ ਕੱਚੇ ਮਾਲ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਭਾਰਤੀ ਕਿਸਾਨਾਂ ਤੋਂ ਬਹੁਤ ਘੱਟ ਕੀਮਤ 'ਤੇ ਇਹਨਾਂ ਫਸਲਾਂ ਨੂੰ ਅੰਗਰੇਜ਼ਾਂ ਤੋਂ ਖਰੀਦਿਆ ਗਿਆ ਸੀ। ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਵਿਦਰੋਹ ਕੀਤੇ ਗਏ। 1858 ਤੋਂ 1860 ਈਸਵੀ ਵਿੱਚ ਬੰਗਾਲ ਅਤੇ ਬਿਹਾਰ ਨੀਲ ਉਤਪਾਦਕਾਂ ਵੱਲੋਂ ਅੰਗਰੇਜ਼ੀ ਸਰਕਾਰ ਵਿਰੁੱਧ ਵੱਖ-ਵੱਖ ਥਾਵਾਂ 'ਤੇ ਵਿਦਰੋਹ ਕੀਤੇ। ਤਾਂ ਪਿਆਰੇ ਬੱਚਿਓ, ਇਹ ਸੀ ਸਾਡਾ ਲੈਸਨ 13ਵਾਂ, ਅਤੇ ਜਿਹਦੇ ਵਿੱਚ ਅਸੀਂ ਪੜ੍ਹਿਆ ਕ੍ਰਿਸ਼ੀ, ਵਪਾਰੀਕਰਨ, ਮਹਿਲਵਾੜੀ ਸਿਸਟਮ, 27 ਬੰਦੋਬਸਤ, ਰਵਾਇਤਵਾੜੀ ਸਿਸਟਮ। ਤਾਂ ਮੈਨੂੰ ਆਸ ਹੈ ਤੁਹਾਨੂੰ ਇਹ ਲੈਸਨ ਜਿਹੜਾ ਬਹੁਤ ਪਸੰਦ ਆਇਆ ਹੋਊਗਾ। ਮੈਂ ਹਾਂ ਤੁਹਾਡਾ ਬਨੀਤ ਕੁਮਾਰ, GSS ਬੁਢਲਾਡਾ ਕੋ ਐਜੂਕੇਸ਼ਨ। ਤਾਂ ਮੇਰਾ ਫ਼ੋਨ ਨੰਬਰ ਹੈਗਾ 8427877224। ਜੇ ਫਿਰ ਵੀ ਤੁਹਾਨੂੰ ਕੋਈ ਇਸ ਲੈਸਨ ਨਾਲ ਡਾਊਟ ਹੋਏ ਤਾਂ ਤੁਸੀਂ ਮੇਰੇ ਨਾਲ ਇਸ ਲੈਸਨ ਦੇ ਉੱਤੇ ਕੀ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਤਾਂ ਬਹੁਤ ਬਹੁਤ ਧੰਨਵਾਦ।